ਮੈਨੂੰ ਪਤਾ ਨਹੀਂ ਲੱਗਿਆ ਜਦੋਂ ਮੈਂ ਸਮੈਕ ਪੀਣ ਲੱਗਿਆ, ਜਦੋਂ ਮੈਂ ਐਡਿਕਟ ਹੋ ਗਿਆ। ਮੈਂ ਬਾਥਰੂਮ 'ਚ ਗਿਆ, ਨਸ਼ਾ ਮੈਂ ਆਪਦਾ ਟੀਕਾ ਨਾੜ ਮਸੀ ਲੱਭੀ, ਉਹ ਕਿਤੇ ਵੱਧ ਲੱਗ ਗਿਆ, ਮੈਂ ਡੈੱਡ ਹੋ ਗਿਆ। ਜਿਵੇਂ ਪੈਰ ਮੇਰਾ ਇੱਕ ਟਾਇਲਟ ਦੇ ਵਿੱਚੋਂ ਜਿਹੜੀ ਸਿੰਪਲ ਸ਼ੀਟ ਸੀ ਉਹਦੇ ਵਿੱਚ ਗਿਆ ਹੋਇਆ। ਉਸ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਮੇਰੇ ਅੰਦਰ ਕੋਈ ਬੰਦਾ ਬੈਠਾ, ਰੌਡ, ਲੋਹੇ ਦੀ ਰੌਡ ਜਿਹੜਾ ਮੇਰੇ ਸਿਰ ਦੇ ਵਿੱਚ ਦੀ ਅੰਦਰੋਂ ਦੀ ਕੱਢ ਰਿਹਾ, ਠੱਕ ਠੱਕ ਠੱਕ, ਇੰਨੀ ਜ਼ੋਰ ਦੀ ਆਵਾਜ਼ ਆਵੇ ਮੈਨੂੰ ਕੁਛ ਨਾ ਸੁਣੇ, ਲੱਗੇ ਜਿਵੇਂ ਦਿਲ ਦੀ ਆਵਾਜ਼ ਆਏ, ਇੰਨਾ ਧੜਕ ਰਿਹਾ। ਜਿਹੜੇ ਬਾਬੇ ਸੰਤ ਕਹਿੰਦੇ ਨੇ ਅਸੀਂ ਮੌਤ ਦੇਖੀ ਹੈ, ਤਾਂ ਮੈਨੂੰ ਲੱਗਦਾ ਉਹਨਾਂ ਦਾ ਮੈਨੂੰ ਪਤਾ ਨਹੀਂ ਵੀ ਮੈਂ ਮੌਤ ਦੇਖੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮੰਗਾ ਸਿੰਘ ਅੰਟਾਲ। ਮੈਂ ਅੱਜ ਇੱਕ ਭਾਵੇਂ ਅਧਿਆਪਕ ਹੈ, ਸਰੀਰਕ ਸਿੱਖਿਆ ਦਾ ਅਧਿਆਪਕ ਹੈ, ਅਤੇ ਮੈਂ ਇੱਕ ਕਿਤਾਬ ਲਿਖੀ ਹੈ ਸ਼ਰਾਰਤੀ ਤੱਤ, ਜਿਹੜੀ 2 ਮਹੀਨੇ ਦੇ ਵਿੱਚ 4 ਐਡੀਸ਼ਨ ਉਹਦੇ ਵਿਕ ਚੁੱਕੇ ਨੇ। ਅੱਜ ਉਹਦੇ 'ਤੇ ਇੱਕ ਬਹੁਤ ਵੱਡੀ 4 ਤੋਂ 5 ਕਰੋੜ ਬਜਟ ਦੀ ਫਿਲਮ ਬਣ ਰਹੀ ਹੈ, ਅਤੇ ਮੈਂ ਕਾਮਯਾਬ ਹਾਂ। ਬੇਰੁਜ਼ਗਾਰ ਮੈਨੂੰ ਸੋਚਦੇ ਨੇ ਕਿ ਮੈਂ ਬਤੌਰ ਅਧਿਆਪਕ ਕਾਮਯਾਬ ਹਾਂ, ਲੇਖਕ ਕਿ ਐਡੇ ਵੱਡੇ ਪੱਧਰ 'ਤੇ ਕਿਤਾਬ ਵਿਕਣੀ। ਪਰ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਜੋ ਦੱਸਣ ਵਾਲਾ ਉਹ ਇਹ ਹੈ ਯਾਰ ਕਿ ਮੈਂ ਜਿਉਂਦਾ, ਅੱਜ ਮੈਂ ਜਿਉਂ ਰਿਹਾ। ਮੇਰੀ ਪ੍ਰਾਪਤੀ ਇਹ ਹੈ, ਬਸ ਮੈਂ ਦੱਸਦਾ ਤੁਹਾਨੂੰ ਆਪਣੀ ਜਰਨੀ। ਮੈਨੂੰ ਮੈਂ ਕੋਈ ਸਪੀਕਰ ਨਹੀਂ ਹੈਗਾ ਜਿਹੜਾ ਮੈਂ ਭਾਸ਼ਣ ਦਊਂਗਾ, ਪਰ ਮੈਂ ਤੁਹਾਨੂੰ ਇੱਕ ਜਿਵੇਂ ਸ਼ੇਅਰਿੰਗ ਕਰਦੇ ਹਾਂ ਅਸੀਂ ਉਵੇਂ ਇੱਕ ਸ਼ੇਅਰ ਕਰਦਾ ਆਪਣੀ ਜਿਹੜੀ ਲਾਈਫ ਜਰਨੀ ਹੈ। ਮੇਰੇ 'ਚ ਇੱਕ ਇਹ ਅਲੱਗ ਤਰ੍ਹਾਂ ਦੀ ਫੀਲਿੰਗ ਸੀ। ਤਾਂ ਮੈਂ ਸ਼ਰਾਰਤੀ ਬੜਾ ਸੀ, ਹਰ ਉਹ ਗਲਤ ਕੰਮ ਕਰਨਾ, ਰਿਸਕੀ ਸ਼ਰਾਰਤੀ ਕਹਿ ਲਓ ਤੁਸੀਂ, ਜਾਂ ਮੈਂ ਕਹਿੰਦਾ ਮੈਨੂੰ ਰਿਸਕ ਲੈਣ 'ਚ ਮਜ਼ਾ ਆਉਂਦਾ ਸੀ। ਮੈਂ ਰਿਸਕ ਲੈਂਦਾ ਰਿਹਾ, ਸਭ ਤੋਂ ਜ਼ਿਆਦਾ ਵਿਗੜਿਆ ਹੋਇਆ ਸੀ। ਫਿਰ ਖੇਡਾਂ 'ਚ ਰਿਸਕ ਲਿਆ, ਉਹ ਮੇਰਾ ਕੰਮ ਆਉਂਦਾ ਰਿਹਾ। ਮੇਰੀ ਉਹ ਜਿਹੜੀ ਫੀਲਿੰਗ ਹੈ ਕਿ ਮੈਂ ਸਭ ਤੋਂ ਘੈਂਟ ਹੈ, ਮੈਂ ਅਲੱਗ ਹੈ, ਆਈ ਐਮ ਡਿਫਰੈਂਟ ਵਾਲੀ। ਅਤੇ ਜਦੋਂ ਉਹ ਜਿੰਨੀ ਦੇਰ ਮੈਂ ਖੇਡਦਾ ਰਿਹਾ, ਮੈਂ ਮਜ਼ਬੂਤ ਰਿਹਾ। ਮੈਂ ਨੈਸ਼ਨਲ ਲੈਵਲ ਤੱਕ ਖੇਡਿਆ, ਸਕੂਲ 'ਚ ਟੌਰ, ਮੇਰੇ ਬਾਪੂ ਜੀ ਮੇਰੇ ਮੈਡਲ ਦਿਖਾਉਂਦੇ ਸੀ, ਟਰੋਫੀਆਂ ਦਿਖਾਉਂਦੇ ਸੀ ਪਿੰਡ 'ਚ। ਅਤੇ ਉਦੋਂ ਟੀ ਵੀ 'ਚ ਮੈਚ ਆਉਣਾ 90, 91, 92 'ਚ ਬੜੀ ਵੱਡੀ ਗੱਲ ਸੀ। ਤਾਂ ਮੈਨੂੰ ਉਹ ਬੜਾ ਹੌਸਲਾ ਸੀ। ਫਿਰ ਹੌਲੀ ਕਾਲਜ ਗਏ, ਫਿਰ ਐਵੇਂ ਦਾ ਮਾਹੌਲ ਬਣਿਆ ਕਿ ਦਾਰੂ ਸੀ, ਜਿਹੜੀ ਸ਼ਰਾਬ ਸੀ, ਉਹਨੂੰ ਸਾਡੇ ਗਰੰਟਡ ਹੈ ਕਿ ਇਹ ਪੀਤੀ ਜਾ ਸਕਦੀ ਹੈ, ਉਹ ਮੈਨੂੰ ਵੀ ਛੋਟੇ ਹੁੰਦੇ ਨੂੰ ਸੀ। ਮੈਂ ਵੱਡੇ ਹੁੰਦੇ ਨੇ ਵੀ ਦੇਖਿਆ ਕਿ ਦਾਰੂ ਨੂੰ ਕੋਈ, ਸ਼ਰਾਬ ਨੂੰ ਸਾਡੇ ਮਾੜਾ ਨਹੀਂ ਕਹਿੰਦਾ, ਅਤੇ ਮੈਨੂੰ ਪਤਾ ਹੀ ਨਹੀਂ ਸੀ। ਅਸੀਂ ਚੌੜ 'ਚ ਜ਼ਿਆਦਾ ਪੀਂਦੇ ਸੀ। ਮੈਂ ਫਿਜ਼ੀਕਲ ਹੋਸਟਲ ਰਹਿੰਦੇ ਸੀ ਜਾਂ ਖੇਡਦੇ ਸੀ, ਉਸ ਤੋਂ ਪਹਿਲਾਂ ਵੀ ਮਜ਼ਬੂਤ ਸੀ, ਸਿਹਤ ਸੀ ਕਿ ਵੱਧ ਪੀ ਕੇ ਦਿਖਾਉਣੀ ਕਿ ਮੈਂ ਘੈਂਟ ਹਾਂ, ਮੈਂ ਤੇਰੇ ਤੋਂ ਵੱਧ ਪੀਣਾ। ਐਵੇਂ ਹੀ ਪੀਂਦੇ ਇੱਕ ਦਿਨ ਹੈਂਗਓਵਰ ਸੀ, ਮੈਚ ਖੇਡਣ ਜਾਣਾ ਸੀ, ਤਾਂ ਕੋਈ ਸਾਥੀ ਮਿਲ ਗਿਆ ਨਾਲ ਦਾ ਹੀ, ਉਹਦੇ ਕੋਲੋਂ ਮੈਂ ਸਮੈਕ ਦਾ ਜਿਹੜਾ ਪਹਿਲਾ ਟੇਸਟ ਦੇਖ ਲਿਆ। ਤਾਂ ਫਿਰ ਇਹੋ ਜਿਹੀ ਗੜਬੜ ਹੋਈ, ਫਿਰ ਚੋਰੀ, ਫਿਰ ਗੁੰਡਾਗਰਦੀ, ਉਹ ਪੈਸੇ ਦੀ ਪੂਰਤੀ, ਫਿਰ ਉਹੀ ਸਰਕਲ ਸੀ ਜਿਹੜਾ ਸਾਰੇ ਦਾ ਸਾਰਾ ਹੀ ਉਹ ਸਮੈਕ 'ਚ ਡੁੱਬ ਗਿਆ। ਅਤੇ ਫਿਰ ਲੋਕਾਂ ਤੋਂ ਪੈਸੇ ਲੈਣੇ, ਕਿਸੇ ਨਾਲ ਜਾਲੀ ਵੋਟਾਂ 'ਚ ਜਾਣਾ, ਤਾਂ ਉਹ ਬਦਮਾਸ਼ੀ ਵਾਲਾ ਜਿਹੜਾ ਉਹ ਆ ਗਿਆ। ਫਿਰ ਉਹ ਲੋਕ ਭਾਜੀ ਕਹਿਣ ਲੱਗ ਗਏ, ਲੋਕਾਂ ਨੂੰ ਕੁੱਟਣ ਲੱਗ ਗਏ, ਅਤੇ ਉਹ ਜਿਹੜੀ ਫੀਲਿੰਗ ਹੈ ਉਹ ਥੋੜ੍ਹੀ ਜਿਹੀ ਹਾਈ ਹੁੰਦੀ ਗਈ, ਨਸ਼ਾ ਆਈ ਗਿਆ, ਤਾਂ ਉਹ ਵੱਧ ਗਿਆ। ਫਿਰ ਪਤਾ ਹੀ ਨਾ ਲੱਗਿਆ ਜਦੋਂ ਉਹਦੇ ਗੁਲਾਮ ਹੋ ਗਏ, ਕਿਉਂਕਿ ਉਦੋਂ ਨਹੀਂ ਸੀ ਪਤਾ। ਉਦੋਂ ਲੱਗਦਾ ਸੀ ਕਿ ਅਸੀਂ ਤਾਂ ਘੈਂਟ ਹੈ, ਇਹਦਾ ਕੀ ਹੈ, ਤਾਂ ਮੈਂ ਕੱਲ੍ਹ ਨੂੰ ਵੀ ਛੱਡ ਦੂੰ। ਕਿਉਂਕਿ ਪਹਿਲਾਂ 1-2 ਵਾਰ ਪੀਤੀ, ਤਾਂ ਫਿਰ ਉਹ 2-4 ਦਿਨ ਬਾਅਦ ਨਹੀਂ ਵੀ ਪੀਤੀ, ਤਾਂ ਉਹ ਲੱਗਦਾ ਸੀ ਕਿ ਮੈਨੂੰ ਨਹੀਂ ਨਸ਼ਾ ਲੱਗਦਾ, ਇਹ ਤਾਂ ਖਾਸ, ਇਹ ਤਾਂ ਹੋਰਾਂ ਨੂੰ ਲੱਗਦਾ, ਮੈਂ ਤਾਂ ਖਾਸ ਹੈ, ਮੈਂ ਐਡਿਕਟ ਨਹੀਂ ਬਣੂੰਗਾ। ਇਹ ਸਾਰਿਆਂ ਨੂੰ ਹੁੰਦਾ, ਮੈਨੂੰ ਵੀ ਸੀ, ਮੇਰੇ ਨਾਲ ਦਿਆਂ ਨੂੰ ਵੀ ਸੀ, ਪਰ ਸਾਨੂੰ ਪਤਾ ਹੀ ਨਾ ਲੱਗਿਆ। ਤਾਂ ਚਲੋ, ਮੈਨੂੰ ਪਤਾ ਨਾ ਲੱਗਿਆ ਜਦੋਂ ਮੈਂ ਸਮੈਕ ਪੀਣ ਲੱਗਿਆ, ਜਦੋਂ ਮੈਂ ਐਡਿਕਟ ਹੋ ਗਿਆ। ਫਿਰ ਪੈਸਿਆਂ ਦਾ ਇੰਤਜ਼ਾਮ ਕਰਨਾ, ਜੁਗਾੜ ਲਾਉਣੇ, ਬਾਹਰ ਜਿਹੜੇ ਖੋਖੇ ਵਾਲੇ, ਦੁਕਾਨਾਂ ਵਾਲੇ, ਉਹਨਾਂ ਨੂੰ ਕਹਿਣਾ, ਐਵੇਂ ਡਰਾਵੇ ਦੇ ਕੇ ਰੱਖਣੇ ਕਿ ਉਰੇ ਜੇ ਤੁਹਾਨੂੰ ਕੋਈ ਕਹੂ ਸਾਨੂੰ ਦੱਸਿਓ, ਉਹਨਾਂ ਤੋਂ ਪੈਸੇ ਲੈਣੇ, ਉਹਨਾਂ ਨੂੰ ਫਿਰ ਦੇਣੇ ਨਾ। ਐਵੇਂ ਕਰਕੇ ਅਸੀਂ ਆਪਦੀ ਪੂਰਤੀ ਕਰਦੇ ਰਹੇ, ਖੋਏ ਵੀ 1-2 ਵਾਰ। ਫਿਰ ਕੀ ਹੋਇਆ, ਫਿਰ ਸਮੈਕ, ਇਹ ਨਸ਼ੇ ਦੀ ਜਿਹੜੀ ਨੇਚਰ ਹੈ, ਇਹ ਮੋਰ ਹੈ। ਇਹ ਮਤਲਬ ਇਹਦੀ ਰੁਕਦੀ ਨਹੀਂ ਹੈਗੀ। ਇਹਦੀ ਕੋਈ ਇਹ ਨਹੀਂ ਹੈਗਾ ਕਿ ਇੰਨਾ ਕੁ ਪੀਂਦੇ ਤੁਸੀਂ ਸਾਰ ਲੈਂਗੇ, ਕਿਉਂਕਿ ਜਿਹੜਾ ਅਮਲੀ ਹੈ ਉਹ ਨਹੀਂ ਰੁਕੂਗਾ। ਕੁਛ ਲੋਕ ਹੁੰਦੇ ਨੇ ਜਿਹੜੇ ਸੋਸ਼ਲ, ਜਿਹੜੇ ਥੋੜ੍ਹੀ ਬਹੁਤੀ ਡਰਿੰਕ ਕਰਦੇ ਆਪਦੀ ਜ਼ਿੰਦਗੀ ਕੱਢ ਲੈਂਦੇ ਨੇ, ਕਦੇ ਕਰਦੇ, ਉਹ ਅਲੱਗ ਲੋਕ ਹੁੰਦੇ ਨੇ। ਪਰ ਜਿਹੜਾ ਅਡਿਕਟ ਹੈ, ਜਿਹਦੀ ਪਰਸਨੈਲਿਟੀ ਅਡਿਕਟ ਹੈ, ਜਿਹੜਾ ਮੈਂ ਹੈ, ਮੇਰੀ ਨਹੀਂ ਸੀ ਹੈਗੀ ਕਿ ਮੈਂ ਰੁਕ ਜੂੰਗਾ। ਸਮੈਕ 'ਚੋਂ ਨਸ਼ਾ ਘਟਣ ਲੱਗ ਗਿਆ। ਫਿਰ ਇੰਜੈਕਸ਼ਨ ਆ ਗਿਆ, ਇੰਜੈਕਸ਼ਨ ਸਸਤਾ ਪੈਂਦਾ ਸੀ, ਇੰਜੈਕਸ਼ਨ ਆ ਗਿਆ। ਜਦੋਂ ਇੰਜੈਕਸ਼ਨ ਆਇਆ, ਫਿਰ ਤਾਂ ਉਹਨਾਂ ਦਿਨਾਂ 'ਚ ਮੇਰਾ ਮੰਗਣਾ ਹੋ ਗਿਆ। ਮੇਰੀ ਵਾਈਫ ਯੂਨੀਵਰਸਿਟੀ ਪੜ੍ਹਦੀ ਸੀ, ਮੈਂ ਫਿਜ਼ੀਕਲ ਕਾਲਜ ਪੜ੍ਹਦਾ ਸੀ। ਮੈਂ ਉਹਨੂੰ ਮਿਲਣ ਜਾਂਦਾ ਸੀ, ਉਹ ਤੋਂ ਪੈਸੇ ਸਕੀਮ ਨਾਲ ਲੈ ਲੈਂਦਾ ਸੀ, ਉਹਨਾਂ ਦੇ ਨਾਲ ਦਿਆਂ ਨੇ ਕਹਿਣਾ ਕਿ ਇਹਦਾ ਵੀ ਇਹ ਲੱਗਦਾ ਇਹਨੇ ਕੁਛ ਕਰਿਆ ਹੋਇਆ। ਮੈਂ ਝੂਠ ਬੋਲ ਦੇਣਾ ਕਿ ਮੈਂ ਏਵਲ 50 ਖਾਧੀ ਹੋਈ ਹੈ, ਮੇਰੇ ਭਰਿੰਡ ਲੜ ਗਈ ਸੀ, ਹੱਥ 'ਚੋਂ ਇੰਜੈਕਸ਼ਨ ਲਾਉਂਦੇ ਸੁੱਜ ਜਾਂਦਾ ਸੀ ਜਦੋਂ ਆਊਟ ਲੱਗਦਾ ਸੀ ਉਹ। ਤਾਂ ਮੈਂ ਐਵੇਂ ਕਰਕੇ ਉਹਨੂੰ ਮੂਰਖ ਬਣਾਉਂਦਾ ਸੀ, ਉਹਨੂੰ ਵਿਚਾਰੀ ਨੂੰ ਨਹੀਂ ਪਤਾ ਲੱਗਦਾ ਸੀ ਕਿ ਮੈਂ ਕਰ ਕੀ ਰਿਹਾ।
ਇਨ ਬਿਟਵੀਨ ਫਿਰ ਇੰਸੀਡੈਂਟ ਹੋਏ ਹੈ ਨਾ, ਫਿਰ ਵਿਆਹ ਹੋ ਗਿਆ। ਫਿਰ ਹੌਲੀ ਹੌਲੀ ਉਹਨੂੰ ਪਤਾ ਲੱਗ ਗਿਆ। ਫਿਰ ਮੈਨੂੰ ਨਹੀਂ ਸੀ ਹੈਗਾ ਕਿ ਇਹਨੂੰ ਪਤਾ ਲੱਗਦਾ ਜਾਂ ਇਹ ਚਲੀ ਜਾਊ ਛੱਡ ਕੇ, ਜਾਂ ਮੇਰੀ ਮਾਂ ਮਰ ਜੂਗੀ ਇਸ ਵਿਯੋਗ 'ਚ। ਇਹ ਮੇਰੇ ਲਈ ਫਿਰ ਮੈਂ ਨਹੀਂ ਸੀ। ਫਿਰ ਪ੍ਰਾਇਓਰਟੀ ਸੀ ਜਿਹੜੀ ਉਹ ਮੇਰੀ, ਉਹ ਸੂਈ ਸੀ ਜਿਹੜੀ, ਉਹ ਚੁਭਨ ਸੀ, ਉਹ ਇੰਨੀ ਵੱਧਦੀ ਗਈ ਕਿ ਯਾਰ ਮੈਂ ਨਾ ਉਹ ਮਤਲਬ ਇਹ ਨਹੀਂ ਸੀ ਹੁੰਦਾ ਕਿ ਮੈਨੂੰ ਨਸ਼ਾ ਹੋ ਗਿਆ। ਮੈਨੂੰ ਵਾਰ-ਵਾਰ ਸਵਾਦ ਆਉਂਦਾ ਸੀ ਉਹਦਾ ਕਿਤੇ ਵੀ ਲਾਉਣ ਦਾ। ਜਿੱਥੇ ਮੈਂ ਲਾਉਂਦਾ ਸੀ ਬਸ ਵੀ ਇੱਥੇ ਲੱਗ ਗਿਆ, ਹੁਣ ਇੱਥੇ ਵਾਰ-ਵਾਰ ਲਾਈ ਜਾਣਾ। ਫਿਰ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਉਹ ਵੇਨਸ ਨੇ ਸਾਰੀਆਂ ਜਿਹੜੀਆਂ ਉਹ ਬਲੌਕ ਹੋ ਗਈਆਂ, ਬੰਦ ਹੋ ਗਈਆਂ ਹੈ ਨਾ। ਤਾਂ ਮੈਨੂੰ ਫਿਰ ਜ਼ਿਆਦਾ ਟਾਈਮ ਲੱਗਦਾ ਸੀ। ਫਿਰ ਸ਼ੱਕ ਹੋਣ ਲੱਗੀ, ਫਿਰ ਪਤਾ ਲੱਗਣ ਲੱਗਿਆ, ਫਿਰ ਪਿੰਡ 'ਚੋਂ ਵੀ ਪਤਾ ਲੱਗਣ ਲੱਗਿਆ ਹੈ ਨਾ। ਕਦੇ ਇੱਕ 'ਚ ਵੜਿਆ ਹੋਇਆ, ਉੱਥੇ ਕਿੰਨਾ ਦੇਰ ਨਹੀਂ ਨਿਕਲਿਆ। ਜਿੱਥੇ ਮੇਰੀ ਵਾਈਫ ਨੌਕਰੀ ਕਰਦੀ ਸੀ, ਇੱਕ ਵਾਰ ਮੈਂ ਉੱਥੇ ਚਲੇ ਗਿਆ ਹੈ ਨਾ, ਉਹਨੂੰ ਲੈਣ ਜਾਣਾ ਸੀ। 4-3:30 ਵਜੇ ਹੋਣਗੇ, 3:30 ਦੇ ਕਰੀਬ। ਉਸ ਤੋਂ ਬਾਅਦ ਮੈਂ ਉਹਨੂੰ 5:30 ਛੁੱਟੀ ਹੁੰਦੀ ਸੀ। ਮੈਂ ਬਾਥਰੂਮ 'ਚ ਗਿਆ ਹੋਇਆ, ਨਸ਼ਾ ਮੈਂ ਆਪਦਾ ਟੀਕਾ ਨਾੜ ਮਸੀ ਲੱਭੀ, ਉਹ ਕਿਤੇ ਵੱਧ ਲੱਗ ਗਿਆ ਹੈ ਨਾ। ਮੈਂ ਡੈੱਡ ਹੋ ਗਿਆ, ਜਿਵੇਂ ਓਵਰਡੋਜ਼ ਹੋ ਗਿਆ। ਮੈਂ ਉੱਥੇ ਪਿਆ ਰਿਹਾ ਅਤੇ ਉਹ ਕੁੰਡੀ ਅੰਦਰੋਂ ਲੱਗੀ ਹੋਈ ਸੀ ਹੈ ਨਾ। ਪੈਰ ਮੇਰਾ ਇੱਕ ਟੋਇਲਟ ਦੇ ਵਿੱਚ, ਉਹ ਜਿਹੜੀ ਸਿੰਪਲ ਸ਼ੀਟ ਸੀ ਨਾ, ਉਹਦੇ ਵਿੱਚ ਗਿਆ ਹੋਇਆ। ਅਤੇ ਮੈਂ 4 ਘੰਟੇ ਉੱਥੇ ਹੀ ਪਿਆ ਰਿਹਾ। ਛੁੱਟੀ ਹੋ ਗਈ, ਉਹ ਚਲੇ ਗਏ। ਉਹ ਵਿਚਾਰੀ ਬਾਹਰ ਖੜੀ ਹੈ। ਉੱਥੇ ਇੱਕ ਪੀਅਨ ਸੀ ਸਿਰਫ ਉਸ ਟਾਈਮ। ਉਹ ਪੀਅਨ ਲੱਭਦਾ ਕਿਤੇ ਮੇਰਾ ਹੋਸ਼ ਆਈ, ਮਾੜੀ ਮੋਟੀ ਟੂਟੀ ਨੂੰ ਹੱਥ ਲੱਗਿਆ ਤਾਂ ਉਹ ਟੂਟੀ ਚੱਲ ਪਈ, ਤਾਂ ਉਹਨੇ ਉਹ ਦਰਵਾਜ਼ਾ ਤੋੜ ਕੇ ਮੈਨੂੰ ਬਾਹਰ ਕੱਢਿਆ ਹੈ ਨਾ। ਬੜਾ ਉਹ ਭੈੜਾ ਇੰਸੀਡੈਂਟ ਸੀ। ਉਸ ਤੋਂ ਬਾਅਦ ਉਹ ਰੁੱਸ ਕੇ ਚਲੀ ਗਈ। ਫਿਰ ਹੈ ਨਾ, ਫਿਰ ਬਹੁਤ ਮਿੰਨਤਾਂ ਤਰਲੇ ਕਰਕੇ ਉਹਨੂੰ ਲੈ ਕੇ ਆਂਦਾ ਕਿ ਹੁਣ ਮੈਂ ਠੀਕ ਹੈ। ਚਲੋ ਉਹ ਰਿਸ਼ਤੇਦਾਰ ਵਿੱਚ ਪਏ, ਲੈ ਕੇ ਆਂਦਾ ਹੈ ਨਾ। ਫਿਰ ਇਹ ਯਾਰ ਇਹ ਨਾ ਬੜੀ ਜਿਹੜੀ ਸ਼ੇਅਰਿੰਗ ਹੈ, ਇਹ ਬੜੀ ਰੌਂਗਟੇ ਖੜੇ ਕਰਨ ਵਾਲੀ ਆ। ਮੈਨੂੰ ਨਹੀਂ ਸੀ ਪਤਾ। ਮੈਂ ਸਵੇਰੇ ਖੰਨੇ ਗਿਆ ਹੋਇਆ ਹੈ ਨਾ, ਇੰਜੈਕਸ਼ਨ ਲਾ ਲਿਆ ਵੱਧ, ਦਿਮਾਗ 'ਚੋਂ ਨਿਕਲ ਗਿਆ ਕਿ ਤੂੰ ਵਿਆਹਿਆ ਹੋਇਆ, ਭੁੱਲ ਗਿਆ। ਇਹ ਮੈਂ ਜਿਹੜੀ ਹੈ ਇਹ ਸ਼ੇਅਰਿੰਗ ਹੈ ਨਾ, ਇਹ ਮੇਰੀ ਵਾਈਫ ਨੂੰ ਵੀ ਨਹੀਂ ਪਤਾ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਮੈਂ ਐਵੇਂ ਵੀ ਕਰ ਲਿਆ ਸੀ। ਮੈਂ ਕੀ ਕਰਿਆ, ਉਹ ਜਿਹੜਾ ਮੈਡੀਕਲ ਸਟੋਰ ਵਾਲਾ ਸੀ ਉਹਨੂੰ ਕਹਿੰਦਾ ਕਿ ਮੇਰੇ ਪੱਕੀ ਉਹ ਪਾਈਪ ਪਾ ਦੇ। ਮੈਨੂੰ ਵੇਨ ਨਹੀਂ ਸੀ ਲੱਭਦੀ, ਮੈਨੂੰ ਮਿੰਨਤਾਂ ਕਰਨੀਆਂ ਪੈਂਦੀਆਂ ਸੀ। ਮੈਂ ਪੱਕੀ ਵੇਨ ਪਾ ਲਈ। ਮੈਂ ਇਹ ਭੁੱਲ ਗਿਆ ਕਿ ਮੈਂ ਵਿਆਹਿਆ ਹੋਇਆ, ਵੀ ਜਦ ਮੈਂ ਘਰ ਜਾਊਂਗਾ ਉਹਨੂੰ ਪਤਾ ਲੱਗੂਗਾ। ਦਿਮਾਗ 'ਚ ਨਾ ਆਈ ਗੱਲ, ਪਤਾ ਨਹੀਂ ਕਿਵੇਂ ਡੈੱਡ ਹੋ ਗਿਆ, ਇੰਨਾ ਬੁੱਝ ਹੋ ਗਿਆ ਸੀ ਦਿਮਾਗ। ਜਦੋਂ ਸ਼ਾਮ ਨੂੰ ਮੈਂ ਘਰ ਗਿਆ ਤਾਂ ਮੇਰੇ ਫਿਰ ਦਿਮਾਗ 'ਚ ਆਇਆ ਵੀ ਹੈ ਯਾਰ ਵੀ ਇਹ ਕੀ ਹੋ ਗਿਆ। ਤਾਂ ਮੈਂ ਯਾਰ ਬਾਥਰੂਮ ਗਿਆ, ਉਹ ਕੱਢ ਕੇ ਉਹ ਟੋਇਲਟ ਸੁੱਟੀ ਅਤੇ ਉੱਤੇ ਜੀ ਬਾਲਟੀਆਂ ਨਾਲ ਉਹਦੇ ਨਾਲ ਪੀਪੀ ਨਾਲ ਪਾਣੀ ਪਾਉਣ ਲੱਗਿਆ। ਤਾਂ ਉਹ ਜਾ ਨਹੀਂ ਸੀ ਰਿਹਾ ਵਿੱਚ, ਉਹ ਹਲਕੀ ਸੀ, ਉੱਪਰ ਤੈਰੀ ਜਾਂਦੀ ਸੀ। ਉੱਧਰੋਂ ਵਾਈਫ ਆ ਗਈ, ਕਹਿੰਦੀ ਕੀ ਕਰੀ ਜਾਂਦੇ ਤੁਸੀਂ, ਆ ਨਹੀਂ ਰਹੇ ਬਾਹਰ। ਮਤਲਬ ਉਹਨੂੰ ਕੀ ਦੱਸਦਾ ਕਿ ਇਹ ਵਿੱਚ ਨਹੀਂ ਜਾ ਰਹੀ। ਫਿਰ ਉਹ ਕੱਢੀ, ਉਹ ਬਾਹਰ ਸੁੱਟੀ। ਮਤਲਬ ਇਹ ਨਰਕ ਸੀ। ਮੈਂ ਨਰਕ ਨੂੰ ਵੀ ਮੈਂ ਕਿਤਾਬ 'ਚ ਵੀ ਲਿਖਿਆ, ਨਰਕ ਨਹੀਂ ਇਹ ਮਹਾਨਰਕ ਤੋਂ ਵੀ ਕੁੰਭੀ ਨਰਕ ਸੀ, ਜਿਹਦੀ ਦਲਦਲ 'ਚ ਮੈਂ ਫਸਿਆ ਰਿਹਾ। ਮੈਨੂੰ ਕੁਛ ਨਹੀਂ ਸੀ ਪਤਾ ਲੱਗਦਾ, ਝੂਠ ਬੋਲਦਾ ਸੀ ਮੈਂ। ਆਪਦੇ ਸਹੁਰਿਆਂ ਦੀ ਕਾਰ ਭੰਨਤੀ ਇੱਕ ਨਸ਼ੇ 'ਚ ਨਾ, ਉਹਨਾਂ ਨੂੰ ਹੋਰ ਜਗ੍ਹਾ ਦੱਸੀ ਗਿਆ। ਮਤਲਬ ਮੈਂ ਕਿਹੜੇ ਇੰਸੀਡੈਂਟ ਨੇ ਜਿਹੜੇ ਮੈਂ ਸ਼ੇਅਰ ਕਰਾਂ ਹੈ ਨਾ, ਮੇਰੇ ਹੁਣ ਵੀ ਰੂਹ ਕੰਬਦੀ ਹੈ। ਇੱਕ ਐਵੇਂ ਮੈਂ ਘਰ ਆ ਗਿਆ, ਘਰ ਵਾਲੀ ਗਈ ਹੋਈ ਸੀ ਡਿਊਟੀ 'ਤੇ, ਮੈਂ ਬਾਥਰੂਮ 'ਚ ਵੜ ਗਿਆ। ਲਾਲਚ ਇੰਨਾ ਹੋ ਗਿਆ ਸੀ, ਡੋਜ਼ ਇੰਨੀ ਵੱਧ ਗਈ ਸੀ ਕਿ ਮੈਂ ਉਹਨੂੰ ਇੰਫਿਊਲ ਨੂੰ ਤੋੜ ਕੇ ਬੋਤਲ ਭਰ ਲੈਂਦਾ ਸੀ, ਜਿਹੜੀ ਉਹ ਵੈਲ ਵਾਲੀ ਸੀ 30 ml ਵਾਲੀ, ਉਹ ਭਰੀ ਹੋਈ ਸੀ। ਮੈਂ ਉਹਦੇ 'ਚੋਂ ਕੱਢ ਕੇ ਉਹਨੂੰ ਸਰਿੰਜ ਨਾਲ ਉਹਨੂੰ ਖਿੱਚ ਰਿਹਾ ਸੀ। ਸਰਿੰਜ ਉਹ ਵਰਤੀ ਹੋਈ ਸੀ, ਉਹਦੇ ਵਿੱਚ ਕਿਤੇ ਮਾਸ ਦਾ ਕੋਈ ਲਹੂ ਦਾ ਬੁੱਤ ਸੀ, ਉਹਦੇ ਨਾਲ ਉਹ ਟਾਈਟ ਹੋ ਗਈ ਹੈ ਨਾ, ਵਿੱਚ ਫਸ ਗਈ। ਜਦੋਂ ਜ਼ੋਰ ਨਾਲ ਕੱਢੀ, ਉਹ ਸਾਰਾ ਹੀ ਥੱਲੇ ਗਿਰ ਗਿਆ ਫਰਸ਼ 'ਤੇ। ਆਪਣੇ ਘਰ ਸਿੰਪਲ ਫਰਸ਼ ਸੀ ਉਦੋਂ, ਉਹਦੇ 'ਤੇ ਕਿਤੇ ਕਿਸੇ ਦਾ ਬਾਥਰੂਮ ਪਿਆ ਹੈ ਨਾ, ਹੋ ਸਕਦਾ ਕਿਤੇ ਸਾਬਣ ਵਾਲਾ ਪਾਣੀ ਸੀ ਜਾਂ ਨਹਾਉਣ ਵਾਲਾ ਪਾਣੀ ਸੀ। ਮੈਂ ਕਿਹਾ ਵੀ ਇਹ ਮੈਨੂੰ ਨਾੜ ਲੱਭੀ ਹੋਈ ਹੈ, ਕਿਉਂਕਿ ਬਾਕੀ ਵੇਨਸ ਬੰਦ ਸੀ, ਵੱਡੀ ਨਾੜ ਲੱਭੀ ਹੋਈ ਸੀ ਕਿ ਇੱਥੇ ਟੱਪ ਰਹੀ ਆ ਉਹ ਜਿਹੜੀ ਕੁੱਲਿਆਂ 'ਚ। ਤਾਂ ਮੈਂ ਉਹ ਸਾਰਾ ਹੀ ਭਰ ਲਿਆ। ਜਿਹੜੀ ਸਰਿੰਜ ਸੀ ਮੇਰੇ ਕੋਲ ਛੋਟੀ ਸੀ, ਮੈਂ ਕੀ ਕਰਿਆ, ਉਹ ਗਵਾਂਢੀਆਂ ਦੇ ਡੰਗਰਾਂ ਵਾਲੀ ਜਿਹੜੀ ਮੱਝਾਂ ਦੇ ਟੀਕੇ ਵਾਲੀ ਹੈ ਨਾ, ਉਹ ਸਰਿੰਜ ਲੈ ਆਂਦੀ। ਉਹਨਾਂ ਦੀ ਉਹ ਜਿਹੜਾ ਕੰਧ ਸੀ, ਉਹਦੇ ਕੰਧ 'ਚ ਇੱਕ ਮੋਰੀ ਸੀਟ ਕੱਢੀ ਵੀ ਉਹਦੇ ਵਿੱਚ ਪਈ ਸੀ। ਮੈਂ ਉਹ ਕੱਢ ਕੇ ਲਿਆ ਕੇ ਉਹ ਭਰ ਲਿਆ, ਥੱਲੋਂ ਜਿੰਨਾ ਪਾਣੀ ਸੀ ਸਾਰਾ ਭਰ ਲਿਆ। ਤਾਂ ਮੈਂ ਵੱਡੀ ਵੇਨ ਚਲਾ ਲਿਆ, ਉਹ ਵੇਨ ਚਲਾ ਲਿਆ। ਉਸ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਮੇਰੇ ਅੰਦਰ ਕੋਈ ਬੰਦਾ ਬੈਠਾ ਹੈ, ਰੌੜ, ਲੋਹੇ ਦੀ ਰੌੜ ਜਿਹੜਾ ਮੇਰੇ ਸਿਰ ਦੇ ਵਿੱਚ ਦੀ ਅੰਦਰੋਂ ਦੀ ਕੱਢ ਰਿਹਾ। ਠੱਕ 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 ਇੰਨੀ ਜ਼ੋਰ ਦੀ ਆਵਾਜ਼ ਆਵੇ, ਮੈਨੂੰ ਕੁਛ ਨਾ ਸੁਣੇ, ਲੱਗੇ ਜਿਵੇਂ ਦਿਲ ਦੀ ਆਵਾਜ਼ ਆਏ, ਇੰਨਾ ਧੜਕ ਰਿਹਾ। ਮੈਂ ਡਿੱਗਦਾ ਡਗਾਉਂਦਾ ਬਾਹਰ ਆ ਗਿਆ। ਉਹ ਜਿਹੜੀ ਵੇਨ ਸੀ ਉਹ ਸਾਫ਼ ਲਹੂ ਵਾਲੀ ਸੀ, ਜਿਹੜੀ ਦਿਲ 'ਚੋਂ ਪੰਪ ਹੋ ਕੇ ਸਪੀਡ ਨਾਲ ਜਾਂਦਾ। ਜੇ ਹੱਥ ਚੱਕਦਾ ਸੀ ਤਾਂ ਉਹ ਟੂਟੀ ਜਿਵੇਂ ਖੁੱਲ੍ਹ ਜਾਂਦੀ ਹੈ, ਉਨਾ ਪ੍ਰੈਸ਼ਰ ਸੀ ਉਹਦਾ ਲਹੂ ਦਾ। ਸਾਰੀ ਲੋਅਰ ਭਿੱਜ ਗਈ ਹੈ ਨਾ, ਬਹੁਤ ਬੁਰਾ ਹਾਲ ਸੀ। ਮਤਲਬ ਮੈਨੂੰ ਲੱਗਦਾ ਸੀ ਵੀ ਇਹਨੂੰ ਮੌਤ ਕਹਿੰਦੇ ਨੇ। ਮੈਂ ਹੁਣ ਜੇ ਕਈ ਵਾਰ ਗੱਲ ਕਰਦਾ ਹੁੰਦਾ, ਜਿਹੜੇ ਬਾਬੇ ਸੰਤ ਕਹਿੰਦੇ ਨੇ ਅਸੀਂ ਮੌਤ ਦੇਖੀ ਹੈ, ਤਾਂ ਮੈਨੂੰ ਲੱਗਦਾ ਉਹਨਾਂ ਦਾ ਮੈਨੂੰ ਪਤਾ ਨਹੀਂ ਵੀ ਮੈਂ ਮੌਤ ਦੇਖੀ ਹੈ, ਕਿਉਂਕਿ ਮੈਂ
ਮੈਨੂੰ ਲੱਗਦਾ ਸੀ ਇਹਨੂੰ ਮੌਤ ਕਹਿੰਦੇ ਨੇ, ਹੁਣ ਮੇਰਾ ਸਿਰ ਫਟ ਰਿਹਾ, ਹੁਣ ਮੈਂ ਮਰ ਰਿਹਾ। ਪਰ ਫਿਰ ਪਤਾ ਨਹੀਂ ਕਿਵੇਂ, ਜਾਂ ਮੈਂ ਜਿਉਣਾ ਸੀ ਹੈ ਨਾ, ਤਾਂ ਮੈਂ ਸੌਹਾਂ ਖਾਧੀਆਂ ਕਿ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ। 2 ਘੰਟੇ ਪਏ, ਮੈਨੂੰ ਨੀਂਦ ਆ ਗਈ, ਲੋਅਰ ਬਾਹਰ ਸੁੱਟਿਆਂ ਦੀ ਰੂੜੀ 'ਤੇ ਇਕੱਠੀ ਕਰਕੇ। ਤਾਂ ਦੂਜੇ ਦਿਨ ਸਵੇਰੇ ਘਰ ਵਾਲੀ ਡਿਊਟੀ ਗਈ, ਫਿਰ ਮੈਂ ਚੱਕਿਆ ਮੋਟਰਸਾਈਕਲ, ਫਿਰ ਲੱਗਿਆ ਨਸ਼ਾ ਲੈਣ। ਮਤਲਬ ਇਹਦਾ ਕੋਈ ਅੰਤ ਨਹੀਂ ਸੀ, ਐਵੇਂ ਹੀ ਚੱਲਦਾ, ਘਰੇ ਫੜਿਆ ਗਿਆ, ਚੱਲਦਾ ਘਰੇ ਫੜਿਆ ਗਿਆ। ਫਿਰ ਜਦੋਂ ਵੇਨਸ ਬੰਦ ਹੋ ਗਈਆਂ, ਮੈਂ ਇਹਦਾ ਅਲਟਰਨੇਟਿਵ ਲੱਭ ਲਿਆ ਕਿ ਹੁਣ ਅਫੀਮ ਖਾਊਂਗਾ, ਜੋ ਲੋਮੋਟਿਲ ਦੀਆਂ ਗੋਲੀਆਂ ਖਾਊਂਗਾ, ਕਿਉਂਕਿ ਵੇਨ ਲੱਭਣੀ ਸੀ, ਦੋਏ ਇਹ ਕੁੱਲੇ ਵਾਲੀਆਂ ਵੱਡੀਆਂ ਨਾੜਾਂ ਵੀ ਬਲੌਕ ਸੀ। ਤਾਂ ਫਿਰ ਮੈਂ ਸੂਤ ਆ ਗਿਆ, ਮਤਲਬ ਜਿਹੜੇ ਸੋਸ਼ਲ ਅਮਲੀ ਹੁੰਦੇ ਨੇ ਉਵੇਂ ਹੋ ਗਿਆ, ਕਿਸੇ ਨੂੰ ਪਤਾ ਨਾ ਲੱਗਦਾ, ਕਰਦਾ ਰਹਿੰਦਾ। ਪਰ ਘਰ ਵਾਲੀ ਨੂੰ ਫਿਰ ਵੀ ਪਤਾ ਲੱਗਦਾ ਸੀ। ਉਹ ਮੈਨੂੰ ਕਦੇ ਨਾ ਕਦੇ ਜਦੋਂ ਮੈਂ ਸਕੂਲ ਜਾਂਦਾ ਪਿੱਛੋਂ ਫੜ ਲੈਂਦੀ ਸੀ, ਲੱਭ ਲੈਂਦੀ, ਕਾਰ 'ਚੋਂ ਲੱਭ ਲਿਆ ਜਾਂ ਕਿਤੋਂ ਹੋਰ ਕਿਤੋਂ ਲੱਭ ਲਿਆ। ਇਸ ਟਾਈਮ ਗੌਰਮੈਂਟ ਜੋਬ ਮਿਲ ਗਈ ਸੀ ਹੈ ਨਾ, ਗੌਰਮੈਂਟ ਜੋਬ 'ਚ ਆ ਕੇ ਪੈਸੇ ਕੋਲ ਆਉਣ ਲੱਗ ਗਏ ਸੀ। ਉਸ ਤੋਂ ਪਹਿਲਾਂ ਪ੍ਰਾਈਵੇਟ ਜੋਬ ਤਾਂ ਮੇਰੇ ਤੋਂ ਕਰੇ ਨਹੀਂ ਹੋਈਆਂ, ਕਿਸੇ ਨੇ ਮੈਨੂੰ 2 ਮਹੀਨੇ ਵੀ ਨਹੀਂ ਰੱਖਿਆ, ਸੈਲਰੀ ਵੀ ਨਹੀਂ ਕਿਸੇ ਨੇ ਪੂਰੀ ਦਿੱਤੀ। ਉਦੋਂ ਨੂੰ ਮੈਂ ਬਾਥਰੂਮ 'ਚ ਡਿੱਗ ਜਾਂਦਾ ਸੀ ਕਦੇ ਕਿਤੇ, ਤਾਂ ਉਹ ਮੈਨੂੰ ਕੱਢ ਦਿੰਦੇ ਸੀ। ਇਹ ਹੁਣ ਸਮਾਂ ਸੀ ਜਦੋਂ ਮੈਂ ਆਪਦੇ ਨਸ਼ੇ ਨੂੰ ਤਰਦੀਬਾਈਜ਼ ਕਰਨ ਲੱਗ ਗਿਆ। ਪਰ ਉਹ ਜਿਹੜੀ ਗੁਲਾਮੀ ਹੈ ਉਹ ਉੱਥੇ ਸੀ। ਪੈਸਾ ਹੁਣ ਮੈਨੂੰ ਮੰਗਣਾ ਨਹੀਂ ਸੀ ਪੈਂਦਾ, ਮੈਂ ਝੂਠ ਝਾਟ ਬੋਲ ਕੇ ਇੱਧਰ ਉੱਧਰ ਕਰ ਲੈਂਦਾ ਸੀ। ਪਰ ਉਹ ਮੈਨੂੰ ਫੜ ਲੈਂਦੀ ਸੀ, ਉਹ ਮੇਰਾ ਸਮਾਨ ਫੜ ਲੈਂਦੀ ਸੀ, ਕਲੇਸ਼ ਹੁੰਦਾ ਸੀ, ਉਹ ਰੁੱਸ ਕੇ ਜਾਂਦੀ ਸੀ ਬਹੁਤ। ਉਹ ਇਨਵਿਟੇਬਲ ਬੇਟੀ ਵੀ ਹੋ ਗਈ ਸੀ। ਫਿਰ ਹੁਣ ਹੋਰ ਡਰ ਪੈਣ ਲੱਗਿਆ ਸੀ ਕਿ ਇਹਨੂੰ ਪਤਾ ਲੱਗੂਗਾ ਹੈ ਨਾ। ਤਾਂ ਯਾਰ ਇਸ ਇੰਸੀਡੈਂਟ 'ਚ ਫਿਰ ਇੱਕ ਦਿਨ ਕੀ ਹੋਇਆ ਕਿ ਮੈਂ ਮਨ ਬਣਾ ਲਿਆ ਕਿ ਮੈਂ ਨਸ਼ਾ ਛੱਡੂੰਗਾ ਪੱਕੇ ਤੌਰ 'ਤੇ। ਪਹਿਲਾਂ ਬਹੁਤ ਡਰਾਮੇ ਕਰ ਲਏ ਸੀ, ਝੂਠ ਬੋਲ ਕੇ, ਝੂਠ ਦਾ ਡੋਪ ਟੈਸਟ ਕਰਾਇਆ, ਕਿਸੇ ਬੱਚੇ ਦਾ ਪਿਸ਼ਾਬ ਲੈ ਕੇ ਟੈਸਟ ਕਰਾ ਤਾ, ਉਹਨੂੰ ਉੱਲੂ ਬਣਾਤਾ ਕਿ ਮੈਂ ਠੀਕ ਹੈ। ਫਿਰ ਮੈਂ ਇਹੋ ਜਿਹਾ ਸਮਾਂ ਆਇਆ, ਸਾਰੀ ਰਾਤ ਤੜਫੀ ਗਿਆ, 2 ਰਾਤਾਂ ਤੜਫਿਆ ਨਸ਼ਾ ਛੱਡਣ ਲਈ। ਉਹਦੀ ਡਿਊਟੀ ਸੀ, ਉਹਨੂੰ ਜਾਣਾ ਪੈ ਗਿਆ। ਮੈਂ ਕਿਸੇ ਨੂੰ ਫੇਰ ਮੰਗਾ ਲਿਆ ਕਿ ਯਾਰ ਮੈਨੂੰ ਤਾਂ ਲਿਆ ਦੇ, ਮੇਰਾ ਨਹੀਂ ਸਰਦਾ। ਮੈਂ ਨਸ਼ਾ ਕਰ ਲਿਆ। ਉਹਨੇ ਮੈਨੂੰ ਫਿਰ ਉਹਨੂੰ ਪਤਾ ਲੱਗਿਆ ਕਿ ਤੂੰ ਫਿਰ ਨਸ਼ਾ ਕਰਿਆ। ਤਾਂ ਯਾਰ ਇੰਨੀ ਪੇਨ ਝੱਲ ਕੇ ਫਿਰ ਮੈਂ ਇੱਕ ਗੱਲ ਕਰੀ ਕਿ ਮੇਰਾ ਇੱਕ ਦੋਸਤ ਹੈ ਨਾ, ਉਹਦਾ ਇੱਕ ਰੀਹੈਬ ਹੈ। ਉਹਨੇ ਮੈਨੂੰ ਕਿਹਾ ਕਿ ਉਸ ਪ੍ਰੋਗਰਾਮ 'ਚ ਆ ਜਾ, ਰੀਹੈਬ 'ਚ ਬ੍ਰੇਕ ਲੈ ਲੈ, ਬ੍ਰੇਕ ਨਹੀਂ ਲੈਣੀ ਤੂੰ ਮੀਟਿੰਗ 'ਤੇ ਆਉਣ ਲੱਗ ਜਾ। ਤਾਂ ਉਦੋਂ ਮੈਨੂੰ ਪਤਾ ਲੱਗਿਆ ਕਿ ਨਾਰਕੋਟਿਕਸ ਅਨੋਨੀਮਸ ਇੱਕ ਸੰਸਥਾ ਹੈ, ਇੱਕ ਆਰਗੇਨਾਈਜੇਸ਼ਨ ਹੈ, ਆਲ ਵਰਲਡ 'ਚ ਹੈ, ਜਿਹੜੀਆਂ ਮੀਟਿੰਗ ਹੁੰਦੀਆਂ ਨੇ, ਸ਼ੇਅਰਿੰਗ ਹੁੰਦੀ ਹੈ, ਉੱਥੇ ਜਾਈ ਜਾਓ ਅਤੇ ਤੁਸੀਂ ਨਸ਼ੇ ਤੋਂ ਦੂਰ ਰਹੇਂਗੇ। ਉਹ ਦਿਨ ਸੀ, ਮੈਂ ਬ੍ਰੇਕ ਲੈਣੀ ਪਈ ਮੈਨੂੰ, ਕਿਉਂਕਿ ਮੈਨੂੰ ਤਾਂ ਤੋੜ ਨਹੀਂ ਸੀ ਮੈਂ ਕੱਟ ਸਕਦਾ। ਮੈਂ ਉਹ ਬ੍ਰੇਕ ਲਈ ਥੋੜ੍ਹੇ ਦਿਨਾਂ ਦੀ ਅਤੇ ਬਾਹਰ ਆਇਆ। ਦਿਮਾਗ ਮੇਰਾ ਅਜੇ ਵੀ ਉਹੀ ਹੈ ਵੀ ਹੁਣ ਕਦੇ ਨਸ਼ਾ ਕਰੂੰਗਾ, ਹੁਣ ਮੈਂ ਪੱਕਾ ਨਸ਼ਾ ਨਹੀਂ ਕਰਨਾ, ਹੁਣ ਬੀਅਰ ਜ਼ਰੂਰ ਪੀ ਲਿਆ ਕਰੂੰਗਾ। ਉਹ ਮੈਂ ਜਦੋਂ ਮੀਟਿੰਗ 'ਤੇ ਗਿਆ, ਉੱਥੇ ਮੈਂ ਗੱਲ ਕਰੀ ਕਿ ਹੁਣ ਮੈਂ ਐਵੇਂ ਫੀਲ ਕਰਦਾ। ਤਾਂ ਉੱਥੇ ਫਿਰ ਮੀਟਿੰਗ ਦਰ ਮੀਟਿੰਗ ਜਦੋਂ ਮੈਂ ਜਾਈ ਗਿਆ, ਕਿਉਂਕਿ ਉੱਥੇ ਕੋਈ ਪ੍ਰੋਫੈਸਰ ਨਹੀਂ ਸੀ ਹੈਗਾ, ਉੱਥੇ ਕੋਈ ਪ੍ਰੋਫੈਸਰ ਨਹੀਂ ਹੁੰਦਾ, ਕੋਈ ਕਾਉਂਸਲਰ ਨਹੀਂ ਹੁੰਦਾ, ਕੋਈ ਸਕੈਟਰਿਸਟ ਨਹੀਂ ਹੁੰਦਾ। ਹੁੰਦੇ ਕੌਣ ਨੇ? ਮੇਰੇ ਵਰਗੇ ਹੀ ਅਮਲੀ ਜਿਹੜੇ ਨਸ਼ਾ ਛੱਡ ਰਹੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਛੱਡਿਆ ਹੁੰਦਾ। ਤਾਂ ਉਹਨਾਂ ਦੀਆਂ ਗੱਲਾਂ ਬੜੀ ਵਧੀਆ ਲੱਗਦੀਆਂ ਨੇ, ਉਹ ਆਪਣੀਆਂ ਲੱਗਦੀਆਂ ਨੇ, ਉਹ ਲੱਗਦਾ ਇਹ ਝੂਠ ਨਹੀਂ ਬੋਲਦੇ, ਸੱਚ ਬੋਲਦੇ ਨੇ। ਤਾਂ ਉੱਥੇ ਉਹ ਹੱਲ ਮੈਨੂੰ ਮਿਲਦੇ ਗਏ। ਮੈਨੂੰ ਸੈਕਸ ਨੂੰ ਲੈ ਕੇ ਸੀ ਕਿ ਮੇਰੇ ਜਿਹੜੇ ਫਿਜ਼ੀਕਲ ਰਿਲੇਸ਼ਨ ਨੇ ਮੇਰੀ ਵਾਈਫ ਨਾਲ, ਉਹ ਠੀਕ ਨਹੀਂ ਰਹਿਣੇ। ਉਹ ਉੱਥੇ ਮੈਨੂੰ ਪਤਾ ਲੱਗਿਆ ਕਿ ਨਹੀਂ ਇਹ ਮੈਂ ਗਲਤ ਸੋਚਦਾ, ਐਵੇਂ ਨਹੀਂ, ਐਵੇਂ ਹੈ। ਕੰਮ ਨੂੰ ਲੈ ਕੇ ਹੁੰਦੇ ਗਏ, ਮੇਰੇ 'ਤੇ ਘਰਦਿਆਂ ਨੂੰ ਸ਼ੱਕ ਹੈ, ਉਹ ਕਲੀਅਰ ਹੁੰਦੇ ਗਏ। ਮੇਰੇ ਜਿੰਨੇ ਥੋਟ ਦਿਮਾਗ 'ਚ ਨੈਗੇਟਿਵ ਆਉਂਦੇ, ਮੈਂ ਉੱਥੇ ਮੀਟਿੰਗ 'ਚ ਸ਼ੇਅਰ ਕਰਦਾ ਤਾਂ ਉਹ ਮੇਰੇ ਕਲੀਅਰ ਹੁੰਦੇ। ਇਸ ਲਈ ਮੈਂ ਅੱਜ 3.5 ਸਾਲ ਤੋਂ ਲਗਾਤਾਰ ਉਹ ਮੀਟਿੰਗ ਜਾ ਰਿਹਾ ਅਤੇ ਮੈਂ ਲਗਾਤਾਰ ਨਸ਼ੇ ਤੋਂ ਮੁਕਤ ਹਾਂ। ਅਤੇ ਅੱਜ ਬੇਸ਼ੱਕ ਅੱਜ ਜੇ ਮੈਂ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਲੋਕਾਂ ਨੂੰ ਦਿਖਦੀਆਂ ਨੇ, ਉਹ ਇਹ ਨੇ ਕਿ ਮੈਂ ਇੱਕ ਸਫਲ ਅਧਿਆਪਕ ਹਾਂ, ਕਿ ਮੈਂ ਇੱਕ ਸਫਲ ਲੇਖਕ ਹਾਂ, ਚਾਹੇ ਇੱਕ ਕਿਤਾਬ ਲਿਖੀ ਹੈ, ਇੱਕ ਕਿਤਾਬ 'ਤੇ ਹੀ ਮੈਨੂੰ ਆਫਰ ਆ ਰਹੀ ਹੈ ਨਾ, ਅਤੇ ਉਹ ਡੀਲ ਵੀ ਹੋ ਗਈ ਕਿ ਮੇਰੀ ਉਹਦੇ 'ਤੇ ਫਿਲਮ ਬਣ ਰਹੀ ਹੈ। ਬੜਾ ਮੈਨੂੰ ਉਹ ਮਤਲਬ ਮਾਣ ਇੱਜ਼ਤ ਮਿਲ ਰਿਹਾ। ਪਰ ਇਹਦੇ ਵਿੱਚ ਯਾਰ ਜਿਹੜੀ ਸਭ ਤੋਂ ਵੱਡੀ ਗੱਲ ਹੈ, ਮੇਰੀ ਪ੍ਰਾਪਤੀ ਹੈ ਯਾਰ, ਜਿਹੜੀ ਮੇਰੇ ਦੋਸਤਾਂ ਨਾਲ ਉਹ ਜਿਹੜੀ NA ਫੈਲੋਸ਼ਿਪ ਹੈ ਉਹਦੇ ਕਰਕੇ ਹੋਈ ਹੈ, ਉਹ ਇਹ ਹੋਈ ਹੈ ਕਿ ਯਾਰ ਅੱਜ ਮੈਂ ਜਿਉਣਾ, ਮੈਂ ਅੱਜ ਜਿਉਣਾ। ਅਤੇ ਇਹੀ ਮੈਂ ਯਾਰ ਇਹ ਸ਼ੇਅਰਿੰਗ ਕਰਨ ਦਾ ਮੇਰਾ ਇਹੀ ਹੈ, ਮੇਰੇ ਦੱਸਣ ਦਾ ਵੀ ਇਹੀ ਹੈ। ਨਹੀਂ ਕਿਸੇ ਦਾ ਨਹੀਂ ਜੀਅ ਕਰਦਾ ਆ ਕੇ ਆਪਦਾ ਢਿੱਡ ਫੁੱਲਣ ਦਾ, ਲੋਕਾਂ ਮੂਹਰੇ ਖੜ੍ਹੇ ਹੋਣ ਦਾ, ਕਿ ਯਾਰ ਜਿਹੜੇ ਫਸੇ ਹੋਏ ਬੰਦੇ ਨੇ, ਨਸ਼ੇ ਦੀ ਦਲਦਲ 'ਚ ਫਸੇ ਹੋਏ ਨੇ, ਉਹ ਵੀ ਨਿਕਲ ਸਕਦੇ ਨੇ। ਬਸ ਇੱਕ ਕੋਸ਼ਿਸ਼ ਹੈ, ਉਹ ਇਕੱਲੇ ਨਹੀਂ ਨਿਕਲ ਸਕਦੇ, ਉਹਨਾਂ ਨੂੰ ਸਾਥ ਦੀ ਜ਼ਰੂਰਤ ਹੈ। ਉਹ ਦੋਸ਼ੀ ਨਹੀਂ ਹੈਗੇ, ਨਸ਼ਾ ਕੋਈ ਦੋਸ਼ ਨਹੀਂ ਹੈਗਾ। ਨਸ਼ਾ ਇੱਕ ਬਿਮਾਰੀ ਹੈ, ਜਿਵੇਂ ਸ਼ੂਗਰ ਹੈ, ਕੈਂਸਰ ਹੈ, ਉਹ ਕਿਸੇ ਨੂੰ ਵੀ ਹੋ ਸਕਦੀ ਹੈ। ਬਸ ਸਾਨੂੰ ਸਾਥ ਦੇਣ ਦੀ ਲੋੜ ਹੈ, ਉਹਨਾਂ ਨੂੰ ਨੇੜੇ ਲਾਉਣ ਦੀ ਲੋੜ ਹੈ, ਉਹ ਬਿਮਾਰੀ ਤੋਂ ਦੂਰ ਹੋਣਗੇ। ਇਹ ਇੱਕ ਮੇਰਾ ਸੁਨੇਹਾ ਹੈ ਨਾ, ਮੇਰੀ ਇੱਕ ਰਿਕੁਐਸਟ ਹੈ ਕਿ ਜਿਹੜੇ ਅਮਲੀ ਭਾਈ ਨੇ, ਇਹਨਾਂ ਨੂੰ ਦੋਸ਼ੀ ਨਾ ਮੰਨਿਓ, ਇਹਨਾਂ ਨੂੰ ਸੁਨੇਹਾ ਦਿਓ। ਅੱਜ ਸਾਰੇ ਸ਼ਹਿਰਾਂ 'ਚ ਨਾਰਕੋਟਿਕਸ ਅਨੋਨੀਮਸ ਦੀਆਂ ਮੀਟਿੰਗਸ ਹੋ ਰਹੀਆਂ ਨੇ, ਤੁਸੀਂ ਮੀਟਿੰਗ 'ਤੇ ਭੇਜੋ, ਸੋਚਣ ਦਾ ਢੰਗ ਬਦਲ ਜੂ, ਪੋਜ਼ੀਟਿਵਿਟੀ ਇੰਨੀ ਆ ਜੂਗੀ ਕਿ ਨਸ਼ਾ ਉਹਨਾਂ ਤੋਂ ਦੂਰ ਹੋ ਜੂ। ਥੈਂਕ ਯੂ ਦੋਸਤੋ।
ਜੇ ਤੁਹਾਨੂੰ ਮੇਰੀ ਇਹ ਸ਼ੇਅਰਿੰਗ ਮੇਰੀ ਇਹ ਜਿਹੜੀ ਲਾਈਫ ਜਰਨੀ ਹੈ ਇਹ ਇੰਸਪਾਇਰਿੰਗ ਲੱਗੀ ਹੈ, ਤੁਹਾਨੂੰ ਲੱਗਦਾ ਕਿ ਇਹਦੇ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੂਗਾ ਜਾਂ ਸਾਡੇ 'ਚ ਇੱਕ ਹਿੰਮਤ ਆਊਗੀ ਕਿ ਅਸੀਂ ਵੀ ਇਸ ਦਲਦਲ 'ਚੋਂ ਨਿਕਲ ਸਕਦੇ ਹਾਂ ਜਾਂ ਸਾਡੇ ਭੈਣ ਭਾਈ ਨਿਕਲ ਸਕਦੇ ਨੇ, ਤਾਂ ਯਾਰ ਕਮੈਂਟ ਸੈਕਸ਼ਨ ਜਾ ਕੇ ਇਹਦਾ ਰਿਵਿਊ ਜ਼ਰੂਰ ਦਿਓ। ਤੇ ਹੋਰ ਐਵੇਂ ਦੀਆਂ ਸਟੋਰੀਆਂ ਨੇ ਯਾਰ ਜਿਹੜੀਆਂ ਜਿਹੜੀਆਂ ਇੰਸਪਾਇਰ ਕਰਨ ਵਾਲੀਆਂ, ਉਹ ਜੋਸ਼ ਟਾਕ ਦੇ ਯਾਰ ਇਹਨੂੰ ਸਬਸਕ੍ਰਾਈਬ ਕਰੋ ਇਹ ਚੈਨਲ ਨੂੰ, ਇਹਨੂੰ ਦੇਖੋ ਤਾਂ ਕਿ ਯਾਰ ਕਿਸੇ ਦੀ ਹੋਰ ਦੀ ਜ਼ਿੰਦਗੀ ਬਦਲ ਜਾਵੇ, ਸਾਰੇ ਲੋਕ ਨਰਕ 'ਚੋਂ ਨਿਕਲ ਆਉਣ। ਥੈਂਕ ਯੂ।